ਹੈਲੋ ਐਂਡ ਵੈਲਕਮ ਟੂ ਇੰਗਲਿਸ਼ ਲਵਰਸ ਬਾय ਹਨੀਡੀ। ਮੈਂ ਅੱਜ ਤੁਹਾਡੇ ਲਈ ਕੁਝ ਮਤਲਬ ਈਡੀਅਮਸ ਤੇ ਕੁਝ ਇਡੀਓਮੈਟਿਕ ਲੈਂਗੁਏਜ ਲੈ ਕੇ ਆਇਆ ਹੈ ਕਿ ਜਿਹੜੀ ਕਿ ਤੁਹਾਨੂੰ ਹੈਲਪ ਕਰੇਗੀ ਤੁਹਾਡੇ ਸਪੀਕਿੰਗ ਟਾਸਕ ਦੇ ਵਿੱਚ, ਤੇ ਜਿਸ ਦੇ ਨਾਲ ਕਿ ਤੁਸੀਂ ਆਪਣਾ ਬੈਂਡ ਸਕੋਰ ਇਨਕਰੀਜ਼ ਕਰਦੇ ਹੋ। ਠੀਕ ਹੈ, ਜਿਹਦੀ ਹੈਲਪ ਦੇ ਨਾਲ ਤੁਸੀਂ ਆਪਣਾ ਬੈਂਡ ਸਕੋਰ ਇਨਕਰੀਜ਼ ਕਰ ਸਕਦੇ ਹੋ। ਤੇ ਸਭ ਤੋਂ ਪਹਿਲਾਂ ਜਿਹੜਾ ਈਡੀਅਮ ਆਪਾਂ ਕਰਨ ਜਾ ਰਹੇ ਹਾਂ ਉਹ ਕਿਹੜਾ ਹੈ ਕਿ ਹੀਅਰ ਔਨ ਦਾ ਗ੍ਰੇਪ ਵਾਈਨ। ਹੁਣ ਸਾਨੂੰ ਪਤਾ ਹੋਣਾ ਚਾਹੀਦਾ ਕਿ ਗ੍ਰੇਪ ਵਾਈਨ ਕਿਆ ਹੁੰਦੀ ਹੈ। ਠੀਕ ਹੈ, ਅੰਗੂਰਾਂ ਦੀ ਜਿਵੇਂ ਬੇਲ ਕਹਿ ਦਿੰਦੇ ਆਪਾਂ। ਠੀਕ ਹੈ, ਤੇ ਉਹ ਬੜੀ ਲੰਬੀ ਹੁੰਦੀ ਹੈ। ਮਤਲਬ ਕਹਿਣ ਦਾ ਭਾਵ ਜਦੋਂ ਕੋਈ ਚੀਜ਼ ਪਹਿਲਾਂ ਚੱਲਦੀ ਆ ਰਹੀ ਹੋਵੇ, ਜਾਂ ਕਹਿਣ ਦਾ ਭਾਵ ਕਿ ਜਿਹੜੀ ਬਹੁਤ ਲੰਬੀ ਦੂਰ ਤੋਂ ਕਿਸੇ ਨੇ ਕਿਸੇ ਨੂੰ ਗੱਲ ਕਹੀ ਹੈ, ਆਪਾਂ ਉਹਨੂੰ ਕਹਿ ਦਿੰਦੇ ਹਾਂ ਹੀਅਰ ਔਨ ਦਾ ਗ੍ਰੇਪ ਵਾਈਨ। ਤੁਸੀਂ ਆਪਣੀ ਸਪੀਕਿੰਗ ਦੇ ਵਿੱਚ ਇਸ ਚੀਜ਼ ਨੂੰ ਬੜੇ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹੋ, ਬੜੇ ਹੀ ਵਧੀਆ ਤਰੀਕੇ ਦੇ ਨਾਲ ਇਹਨੂੰ ਯੂਜ਼ ਕਰ ਸਕਦੇ ਹੋ। ਠੀਕ ਹੈ, ਤੋ ਸਭ ਨੂੰ ਪਹਿਲਾਂ ਜਿਹੜੀ ਇਹਦਾ ਮੀਨਿੰਗ ਆਪਾਂ ਕਲੀਅਰ ਕਰ ਲਈਏ। ਦਿਸ ਈਡੀਅਮ ਮੀਨਸ ਟੂ ਹੀਅਰ ਰੂਮਰਸ। ਰੂਮਰਸ ਮਤਲਬ ਜਿਹੜੀਆਂ ਅਫਵਾਹਾਂ ਫੈਲਦੀਆਂ ਨੇ ਜਾਂ ਕੋਈ ਵੀ ਅਫਵਾਹ ਹੁੰਦੀ ਹੈ, ਉਹਨੂੰ ਆਪਾਂ ਹੋਰ ਤਰੀਕੇ ਦੇ ਨਾਲ ਮੈਟਾਫੋਰਿਕ ਲੈਂਗੁਏਜ ਦੇ ਨਾਲ ਜਦੋਂ ਆਪਾਂ ਨੂੰ ਬੋਲਣਾ ਹੈ ਤਾਂ ਆਪਾਂ ਉਹਨੂੰ ਕੀ ਕਹਿ ਸਕਦੇ ਹਾਂ, ਹੀਅਰ ਔਨ ਦਾ ਗ੍ਰੇਪ ਵਾਈਨ। ਹੀਅਰ ਔਨ ਦਾ ਗ੍ਰੇਪ ਵਾਈਨ ਦਾ ਫਿਰ ਮਤਲਬ ਕੀ ਹੋ ਗਿਆ, ਜਦੋਂ ਆਪਾਂ ਕਿਸੇ ਤੋਂ ਕੋਈ ਗੱਲ ਸੁਣੀ ਹੋਵੇ ਤਾਂ ਆਪਾਂ ਕਿਸੇ ਨੂੰ ਕਹਿ ਰਹੇ ਹਾਂ ਕਿ ਮੈਂ ਇਹ ਕਿਤੋਂ ਸੁਣੀ ਹੈ, ਮਤਲਬ ਇਹ ਮੈਂ ਰੂਮਰਸ 'ਚ ਸੁਣਿਆ ਹੈ। ਟੂ ਹੀਅਰ ਫਰੋਮ ਦਾ ਗ੍ਰੇਪ ਲਾਈਕ ਗ੍ਰੇਪ ਵਾਈਨ ਦਾ ਟੂ ਹੀਅਰ ਔਨ ਦਾ ਗ੍ਰੇਪ ਵਾਈਨ ਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਕਿਸੇ ਤੋਂ ਉਹ ਗੱਲ ਸੁਣੀ। ਠੀਕ ਹੈ, ਕਿਸੇ ਚੀਜ਼ ਬਾਰੇ ਵੀ ਹੋ ਸਕਦੀ ਹੈ ਤੇ ਕਿਸੇ ਬੰਦੇ ਬਾਰੇ ਵੀ ਹੋ ਸਕਦੀ ਹੈ। ਤੁਸੀਂ ਉਹ ਜਿਹੜੀ ਗੱਲ ਸੁਣੀ ਹੋਊਗੀ, ਲਾਈਕ when you are hearing it from the grapevine or on the grapevine, ਤਾਂ ਕਹਿਣ ਦਾ ਭਾਵ ਉੱਥੇ ਕਿਆ ਮਤਲਬ ਬਣ ਜਾਂਦਾ ਹੈ ਕਿ ਤੁਸੀਂ ਉਹ ਕਿਸੇ ਦੀ ਅਫਵਾਹ ਸੁਣੀ ਹੈ ਪਹਿਲਾਂ, ਤੇ ਤੁਸੀਂ ਉਹ ਕਿੰਨਾ ਕੁ ਸੁਣੀ ਹੈ, ਕਿੰਨੇ ਕੁ ਐਕਸਟੈਂਟ ਤੱਕ ਸੁਣੀ ਹੈ, ਉਹ ਸਟੇਟਮੈਂਟ ਤੋਂ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ। I heard on the grapevine that she was pregnant, but I don't know anything more। ਮਤਲਬ ਮੈਨੂੰ ਇਹ ਸੁਣਨ ਚ ਆਇਆ ਕਿ ਲਾਈਕ ਉਹ ਕਿੱਥੋਂ ਸੁਣਨ ਚ ਆਇਆ, ਔਨ ਦਾ ਗ੍ਰੇਪ ਵਾਈਨ that she was pregnant, ਕਿ ਉਹ ਪ੍ਰੈਗਨੈਂਟ ਸੀ, ਬਟ ਆਈ ਡੋਂਟ ਨੋ ਐਨੀਥਿੰਗ ਮੋਰ। ਮੈਨੂੰ ਉਸ ਤੋਂ ਜ਼ਿਆਦਾ ਉਹਦੇ ਬਾਰੇ ਕੁਝ ਨਹੀਂ ਪਤਾ। ਇਹ ਮੈਂ ਸਿਰਫ ਕਿੱਥੋਂ ਸੁਣੀ ਹੈ, ਇਹ ਰੂਮਰਸ ਫੈਲੇ ਨੇ, ਕਿਸੇ ਨੇ ਰੂਮਰ ਫੈਲਾਏ ਨੇ ਕਿ ਉਹ ਪ੍ਰੈਗਨੈਂਟ ਹੈ, ਪਰ ਮੈਨੂੰ ਇਹਦੇ ਨਾਲੋਂ ਵੱਧ ਕੁਝ ਨਹੀਂ ਪਤਾ। ਦੈਟ ਮੀਨਸ ਉਹਨੇ ਕਿਸੇ ਤੋਂ ਬੰਦੇ ਨੇ ਗੱਲ ਸੁਣੀ ਕਿ he heard it from the grapevine। ਹੀਅਰ ਸਾਡੀ ਫਸਟ ਫਾਰਮ ਹੋ ਗਈ, heard ਦੋ ਵਾਰੀ ਆਪਾਂ ਕਹਿੰਦੇ ਆ, heard ਸੈਕੰਡ ਫਾਰਮ ਹੋ ਗਈ, ਤੇ heard ਹੀ ਥਰਡ ਫਾਰਮ ਹੋ ਗਈ। ਠੀਕ ਹੈ, ਤੇ ਡਿਪੈਂਡ ਕਰਦਾ ਆਪਾਂ ਸੈਂਟੈਂਸ ਕਿਹੜਾ ਬੋਲਦੇ ਆ। ਜੇ ਆਪਾਂ ਪ੍ਰੈਜ਼ੈਂਟ ਪਰਫੈਕਟ ਦਾ ਬੋਲਾਂਗੇ ਤਾਂ heard ਆਏਗਾ, ਜੇ ਆਪਾਂ ਪਾਸਟ ਪਰਫੈਕਟ ਦਾ ਬੋਲਦੇ ਆ ਤਾਂ ਫਿਰ ਵੀ heard ਹੀ ਆਏਗਾ, ਤੇ ਜੇਕਰ ਆਪਾਂ ਪਾਸਟ ਇੰਡੈਫਿਨਿਟ ਚ ਪਾਸਟ ਚ ਗੱਲ ਕਰਦੇ ਆ ਤਾਂ ਵੀ ਆਪਾਂ heard ਲਿਖਾਂਗੇ, HEARD ਲਿਖਾਂਗੇ heard, ਜਾਂ ਬੋਲਾਂਗੇ I heard it on the grapevine that you have left the school। okay, ਮੰਨ ਲਓ ਆਪਾਂ ਇਹ ਗੱਲ ਕਹਿੰਦੇ ਆ ਤਾਂ ਫਿਰ ਕੀ ਬਣੇਗਾ, like I heard it on the grapevine that you have left the school, I don't know anything more about it, can you please tell me, can you confirm that thing, that whether you have really left the school or not। like when you are not confirmed about it, ਤੇ ਤੁਹਾਨੂੰ ਸਿਰਫ ਰੂਮਰਸ ਚ ਸੁਣਿਆ ਹੈ, ਸੁਣਨ ਚ ਆਇਆ ਹੈ, that means ਤੁਸੀਂ ਉੱਥੇ ਇਸ ਚੀਜ਼ ਨੂੰ ਯੂਜ਼ ਕਰ ਸਕਦੇ ਹੋ ਮੇਰੇ ਦੋਸਤੋ। ਤੇ ਅਗਲਾ ਆਪਾਂ ਕਰਦੇ ਹਾਂ ਹਿੱਟ ਦੀ ਨੇਲ ਔਨ ਦਾ ਹੈਡ, ਮਤਲਬ ਸਿਰ ਤੇ ਨੇਲ ਨੂੰ ਠੋਕਣਾ। ਕਹਿਣ ਦਾ ਭਾਵ ਹੈਡ ਕਿਆ ਹੋ ਗਿਆ, ਉੱਥੇ ਸਾਡਾ ਟਾਰਗੇਟ। ਠੀਕ ਹੈ, ਨੇਲ ਕਿਆ ਹੋ ਗਈ, ਸਾਡੀ ਮੇਖ। ਠੀਕ ਹੈ ਜੀ, ਹਿੱਟ ਦਾ ਨੇਲ ਔਨ ਦਾ ਹੈਡ ਦਾ ਮਤਲਬ ਹੋ ਗਿਆ ਕਿ ਜਿੱਥੇ ਤੁਸੀਂ ਹਿੱਟ ਕਰਨਾ ਚਾਹੁੰਦੇ ਸੀ ਤੇ ਉੱਥੇ ਤੁਸੀਂ ਹਿੱਟ ਕੀਤਾ। ਦੈਟ ਮੀਨਸ ਜੋ ਤੁਸੀਂ ਕਹਿਣਾ ਚਾਹੁੰਦੇ ਸੀ, ਤੁਸੀਂ ਉਸ ਚੀਜ਼ ਨੂੰ ਰਾਈਟਲੀ ਕਿਹਾ। ਮਤਲਬ ਕਹਿਣ ਦਾ ਭਾਵ ਤੁਸੀਂ ਆਪਣੇ ਟੀਕੇ ਤੇ, ਆਪਣੇ ਟਾਰਗੇਟ ਤੇ ਹਿੱਟ ਕੀਤਾ, ਮਤਲਬ ਆਪਣੇ ਸ਼ਬਦਾਂ ਦੇ ਨਾਲ। ਦੈਟ ਮੀਨਸ ਤੁਸੀਂ ਕਿਆ ਕੀਤਾ, ਹਿੱਟ ਦਾ ਨੇਲ ਔਨ ਦਾ ਹੈਡ। ਠੀਕ ਹੈ, ਮੰਨ ਲਓ ਤੁਹਾਨੂੰ ਕਿਸੇ ਦਾ ਪਤਾ ਲੱਗਿਆ ਕਿ ਤੁਸੀਂ ਉਹ ਬੰਦਾ ਫੇਲ ਹੋ ਗਿਆ ਜਾਂ ਪਾਸ ਹੋ ਗਿਆ, ਤਾਂ ਤੁਸੀਂ ਆਪਣੇ ਦੋਸਤ ਨੂੰ ਕਿਹਾ ਕਿ ਯਾਰ ਮੈਨੂੰ ਇਹ ਪਤਾ ਲੱਗਿਆ ਕਿ ਉਹ ਫੇਲ ਹੋ ਗਿਆ, ਤੇ ਤੁਹਾਡੇ ਦੋਸਤ ਨੇ ਤੁਹਾਨੂੰ ਕਿਹਾ ਕਿ you really hit the nail on the head because he has really failed। ਤੇ ਤੁਹਾਨੂੰ ਪਤਾ ਲੱਗ ਗਿਆ ਉਸ ਚੀਜ਼ ਤੋਂ ਕਿ ਉਹ ਬੰਦਾ ਵਾਕਈ ਤੁਸੀਂ ਰਾਈਟ ਸੀਗੇ, ਕਿਉਂਕਿ ਤੁਸੀਂ ਆਪਣੇ ਵੱਲੋਂ ਤੁੱਕਾ ਛੱਡਿਆ ਸੀ, ਤੇ ਤੁਹਾਨੂੰ ਪਤਾ ਲੱਗ ਗਿਆ ਉਸ ਚੀਜ਼ ਦੇ ਨਾਲ ਕਿ ਵਾਕਈ ਉਹ ਬੰਦਾ ਮਤਲਬ ਫੇਲ ਹੋ ਗਿਆ। ਦੈਟ ਮੀਨਸ ਯੂ ਵਰ ਰਾਈਟ ਅਬਾਊਟ ਸਮਥਿੰਗ, ਨੋ। ਤਾਂ ਦੈਟ ਇਜ਼ ਵਾਈ ਉੱਥੇ ਤੁਸੀਂ ਯੂਜ਼ ਕਰ ਸਕਦੇ ਹੋ ਹਿੱਟ ਦਾ ਨੇਲ ਔਨ ਦਾ ਹੈਡ। ਚਲੋ ਐਗਜ਼ਾਮਪਲ ਦੇਖਦੇ ਹਾਂ ਇੱਕ। ਮਾਈਕ ਹਿੱਟ ਦਾ ਨੇਲ ਔਨ ਦਾ ਹੈਡ when he said some like most people can use a computer without knowing how it works। ਕਹਿੰਦਾ
कि जदों माइक ने ये गल बोली ना कि ਜਿਹੜੇ आम तौर ਤੇ लोग ਜਿਹੜੇ मोस्टली ਜਿਹੜੇ लोग ਹੁੰਦੇ ਨੇ ਉਹ ਕੰਪਿਊਟਰ ਨੂੰ ਯੂਜ਼ ਕਰ ਸਕਦੇ ਬਿਨਾ ਉਹਦੀ ਨੌਲੇਜ ਹੋਏ ਮਤਲਬ ਉਹਨਾਂ ਨੂੰ ਇੰਨੀ ਟੈਕਨੀਕਲ ਨੌਲੇਜ ਹੋਣ ਦੀ ਲੋੜ ਨਹੀਂ, ਕੰਪਿਊਟਰ ਨੂੰ ਫਿਰ ਵੀ ਯੂਜ਼ ਕੀਤਾ ਜਾ ਸਕਦਾ। ਉਸ ਟਾਈਮ ਕਹਿੰਦੇ ਵਕਤ ਉਹਨੇ ਹਿੱਟ ਦਾ ਨੇਲ ਔਨ ਦਾ ਹੈਡ, ਉਹਨੇ ਹਿੱਟ ਕੀਤਾ ਨੇਲ ਨੂੰ ਔਨ ਦਾ ਹੈਡ, ਇਹ ਮਤਲਬ ਉਹ ਆਪਣੇ ਟਾਰਗੇਟ ਤੇ ਬਿਲਕੁਲ ਸਹੀ, ਉਹਨੇ ਸਹੀ ਗੱਲ ਬੋਲੀ ਹੈ। ਹੀ ਵਾਜ਼ ਰਾਈਟ ਅਬਾਊਟ ਸਮਥਿੰਗ when he said it, he was right about, like normally ਆਪਾਂ ਕੀ ਕਹਿੰਦੇ ਆ, he was right about something when he said that most people can use a computer without knowing how it works. So you can use it in a different way also, ਤੁਸੀਂ ਦੂਸਰੇ ਤਰੀਕੇ ਦੇ ਨਾਲ ਵੀ ਯੂਜ਼ ਕਰ ਸਕਦੇ ਹੋ, ਜ਼ਰੂਰੀ ਨਹੀਂ ਆਪਾਂ ਇੱਕੋ ਹੀ ਸੈਂਟੈਂਸ ਦੀ ਐਗਜ਼ਾਮਪਲ ਲੈਣੀ ਹੈ। ਮੰਨ ਲਓ ਤੁਸੀਂ ਕਹਿੰਦੇ ਹੋ ਕਿ ਲਾਈਕ ਤੁਹਾਨੂੰ ਪਤਾ ਲੱਗ ਗਿਆ ਕਿ ਲਾਈਕ ਤੁਹਾਡਾ ਰਿਜ਼ਲਟ ਕਿਆ ਹੈ, ਪਰ ਤੁਸੀਂ ਆਪਣੇ ਪੇਰੈਂਟਸ ਨੂੰ ਰਿਵੀਲ ਨਹੀਂ ਕੀਤਾ ਤੇ ਤੁਸੀਂ ਆਪਣੇ ਪੇਰੈਂਟਸ ਕੋਲ ਜਾ ਕੇ ਤੁਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹੋ ਕਿ ਤੁਸੀਂ ਗੈਸ ਕਰੋ ਕਿ ਤੁਹਾਡੇ ਕਿੰਨੇ ਸਕੋਰ ਨੇ, ਤਾਂ ਤੁਹਾਡੇ ਪੇਰੈਂਟਸ ਬੋਲਦੇ ਨੇ ਕਿ ਭਾਈ ਸਾਨੂੰ ਤਾਂ ਪਤਾ ਨਹੀਂ, ਪਰ ਮਤਲਬ ਲੱਗਦਾ ਤੇਰੇ ਮਤਲਬ 6 ਬੈਂਡ ਤਾਂ ਆਏ ਜਾਣਗੇ। ਫਿਰ ਮਤਲਬ ਤੁਸੀਂ ਉੱਥੇ ਬੋਲ ਸਕਦੇ ਹੋ ਯੂ ਰੀਅਲੀ ਹਿੱਟ ਦਾ ਨੇਲ ਔਨ ਦਾ ਹੈਡ, ਆਈ ਹੈਵ ਰੀਅਲੀ ਗੋਟਨ the 6 bands, okay, that means ਤੁਹਾਡੇ ਪੇਰੈਂਟਸ ਉੱਤੇ ਕੀ ਹੋ ਗਏ, ਰਾਈਟ ਹੋ ਗਏ, ਗੈਸ ਵਰਕ ਚ ਵੀ ਰਾਈਟ ਹੋ ਗਏ, ਉਵੇਂ ਵੀ ਰਾਈਟ ਹੋ ਗਏ। that means ਸਾਡਾ ਹਿੱਟ ਦਾ ਨੇਲ ਔਨ ਦਾ ਹੈਡ ਦਾ ਮਤਲਬ ਫਿਰ ਕੀ ਹੋ ਗਿਆ, like to be right about something, when you are right about something, no, so there you can use it, ਠੀਕ ਹੈ ਜੀ। ਤੇ ਹਿੱਟ ਦਾ ਨੇਲ ਔਨ ਦਾ ਹੈਡ ਦਾ ਮਤਲਬ ਹੋ ਗਿਆ to be right about something, ਜਦੋਂ ਤੁਸੀਂ ਕਿਸੇ ਚੀਜ਼ ਲਈ ਰਾਈਟ ਹੋ ਉੱਥੇ ਤੁਸੀਂ ਇਸ ਚੀਜ਼ ਨੂੰ ਯੂਜ਼ ਕਰ ਸਕਦੇ ਹੋ ਆਪਣੀ ਸਟੇਟਮੈਂਟਸ ਦੇ ਵਿੱਚ, ਆਪਣੀ ਕਿਊ ਕਾਰਡ ਦੇ ਵਿੱਚ। ਜਦੋਂ ਵੀ ਤੁਸੀਂ ਕੋਈ ਮਤਲਬ ਵਾਕਿਆ ਸਾਂਝਾ ਕਰਦੇ ਹੋ ਆਪਣੇ ਐਗਜ਼ਾਮੀਨਰ ਦੇ ਨਾਲ, ਉੱਥੇ ਤੁਸੀਂ ਹਿੱਟ ਦਾ ਨੇਲ ਔਨ ਦਾ ਹੈਡ ਨੂੰ ਯੂਜ਼ ਕਰ ਸਕਦੇ ਹੋ, ਠੀਕ ਹੈ। ਤੇ ਅਗਲਾ ਆ ਗਿਆ ਸਾਡਾ ਇਨ ਦਾ ਹੀਟ ਆਫ ਦਾ ਮੂਵਮੈਂਟ, ਇਨ ਦਾ ਹੀਟ ਆਫ ਦਾ ਮੂਵਮੈਂਟ ਦਾ। ਉਸ ਤੋਂ ਬਾਅਦ ਸਾਡਾ ਆ ਜਾਂਦਾ ਹੈ the next one, ਉਹ ਕਿਹੜਾ ਹੈ, in the heat of the movement। in the heat of the movement ਦਾ ਮਤਲਬ ਕੀ ਹੈ ਕਿ ਉਹ ਚੀਜ਼ ਜਿਹੜੀ ਤੁਸੀਂ ਕਹੀ ਜਾਂ ਕੀਤੀ ਹੈ ਨਾ, ਇਟ ਵਿਦਾਊਟ ਥਿੰਕਿੰਗ, ਜਦੋਂ ਬਿਨਾਂ ਸੋਚੇ ਸਮਝੇ ਤੁਸੀਂ ਗੁੱਸੇ ਦੇ ਵਿੱਚ ਆ ਕੇ ਜਾਂ ਐਕਸਾਈਟ ਹੋ ਕੇ ਜੇ ਕੋਈ ਤੁਸੀਂ ਐਕਸ਼ਨ ਕਰਦੇ ਹੋ ਤੇ ਉਹਨੂੰ ਆਪਾਂ ਕਹਿ ਦਿੰਦੇ ਆ ਯੂ ਹੈਵ ਡਨ ਦੈਟ ਇਨ ਦਾ ਹੀਟ ਆਫ ਦਾ ਮੂਵਮੈਂਟ। ਦੈਟ ਮੀਨਸ ਜਦੋਂ ਤੁਸੀਂ ਆਪਣੇ ਗੁੱਸੇ ਤੇ ਕਾਬੂ ਨਹੀਂ ਕਰ ਪਾਏ ਤੇ ਤੁਸੀਂ ਮਤਲਬ ਕੋਈ ਚੀਜ਼ ਸੁਣੀ ਐਸੀ ਜਿਸ ਚੀਜ਼ ਨੇ ਤੁਹਾਨੂੰ ਇੰਨਾ ਉਤੇਜਿਤ ਕਰ ਦਿੱਤਾ ਜਾਂ ਗੁੱਸਾ ਕਰ ਦਿੱਤਾ ਤੇ ਤੁਸੀਂ ਉਹਨੂੰ ਬੋਲਣ ਤੋਂ ਰੋਕ ਹੀ ਨਹੀਂ ਸਕੇ, ਓਕੇ। ਤੇ ਫਿਰ ਉਸ ਕੇਸ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਲਾਈਕ ਇਨ ਦਾ ਹੀਟ ਆਫ ਦਾ ਮੂਵਮੈਂਟ, ਠੀਕ ਹੈ ਜੀ। ਉੱਥੇ ਇਸ ਚੀਜ਼ ਨੂੰ ਸਭ ਨਾਲੋਂ ਵੱਧ ਯੂਜ਼ ਕੀਤਾ ਜਾਂਦਾ ਇਨ ਦਾ ਹੀਟ ਆਫ ਦਾ ਮੂਵਮੈਂਟ। ਲਾਈਕ ਫॉर ਐਗਜ਼ਾਮਪਲ ਯੂ ਕੈਨ ਸੀ ਦੈਟ like she does not hate you, she does not hate you, she just said that in the heat of the moment, ਮਤਲਬ ਉਹ ਤੁਹਾਨੂੰ ਨਫ਼ਰਤ ਨਹੀਂ ਕਰਦੀ just because ਮਤਲਬ ਉਹ ਗੁੱਸੇ 'ਚ ਸੀ ਇਸ ਕਰਕੇ ਉਹਨੇ ਉਹ ਬੋਲ ਦਿੱਤਾ। she said that in the heat of the moment, ਉਹ ਨਫ਼ਰਤ ਨਹੀਂ ਕਰਦੀ ਅਸਲ ਦੇ ਵਿੱਚ। like in that scenario ਤੁਸੀਂ ਇਸ ਚੀਜ਼ ਨੂੰ ਯੂਜ਼ ਕਰ ਸਕਦੇ ਹੋ। ਸਾਡਾ ਕਿਹੜਾ ਹੋਇਆ ਫਿਰ in the heat of the moment, ਠੀਕ ਹੈ ਜੀ। in the heat of the movement ਅਸੀਂ ਕਰਕੇ ਹਟੇ ਹਾਂ। ਤੇ ਉਸ ਤੋਂ ਬਾਅਦ it takes two to tango, ਮਤਲਬ ਕੋਈ ਵੀ ਲੜਾਈ ਹੈ ਜਿੱਦਾਂ ਆਪਾਂ ਕਹਿ ਦਿੰਦੇ ਇੱਕ ਹੱਥ ਨਾਲ ਤਾਲੀ ਨਹੀਂ ਵੱਜਦੀ, ਮਤਲਬ 2 ਹੱਥ ਚਾਹੀਦੇ ਨੇ ਜੇ ਤਾਲੀ ਵੀ ਮਤਲਬ ਵੱਜਣੀ ਹੈ ਤਾਂ ਵੀ 2 ਹੱਥ ਚਾਹੀਦੇ ਨੇ। ਮਤਲਬ ਜੇ ਕੋਈ ਬੈਡ ਸਿਚੁਏਸ਼ਨ ਹੋ ਗਈ ਹੈ ਜਾਂ ਕੋਈ ਫਾਈਟ ਹੋ ਗਈ ਹੈ ਉਹਦੇ ਵਿੱਚ ਹਮੇਸ਼ਾ 2 ਜਾਣੇ ਇਨਵੋਲਵ ਹੋਣਗੇ। ਲਾਈਕ it takes two to tango means to say it takes, wait a bit, ਠੀਕ ਹੈ ਜੀ। it takes two to tango, that means 2 ਜਾਣੇ ਲੱਗਣਗੇ ਜੇ ਲੜਾਈ ਕੋਈ ਹੋਏਗੀ, ਅਦਰਵਾਈਜ਼ ਇੱਕ ਜਣਾ ਆਪਣੇ ਆਪ ਨਾਲ ਤਾਂ ਲੜਨ ਤੋਂ ਰਿਹਾ, ਠੀਕ ਹੈ ਨਾ। ਮਤਲਬ ਜਿਹਨੂੰ ਆਪਾਂ ਉਦਾਂ ਵੀ ਨਾਰਮਲ ਲੈਂਗੁਏਜ ਦੇ ਵਿੱਚ ਯੂਜ਼ ਕਰਦੇ ਆ, ਇੱਕ ਹੱਥ ਨਾਲ ਤਾਲੀ ਨਹੀਂ ਵੱਜਦੀ, means to say like both people involved in the bad situation are responsible for it। ਜੇ ਮਤਲਬ ਕੋਈ bad situation ਹੈ ਔਰ ਜੇ ਦੋਏ ਬੰਦੇ ਉਸ ਚੀਜ਼ 'ਚ ਇਨਵੋਲਵ ਨੇ, ਉਹ ਦੋਏ ਰਿਸਪੌਂਸਿਬਲ ਹੁੰਦੇ ਨੇ। ਇੱਕ ਜਣਾ ਕਹਿੰਦਾ ਰਹਿੰਦਾ ਮੈਂ ਨਹੀਂ ਕੀਤਾ, ਦੂਜੇ ਨੇ ਕੀਤਾ, ਤੇ ਦੂਜਾ ਕਹਿੰਦਾ ਰਹਿੰਦਾ ਇਹਨੇ ਕੀਤਾ ਮੈਂ ਨਹੀਂ ਕੀਤਾ। ਫਿਰ ਇਹਨੇ ਕੀਤਾ ਮੈਂ ਨਹੀਂ ਕੀਤਾ ਦੇ ਵਿੱਚ ਕਹਿਣ ਦਾ ਭਾਵ ਕੀ ਹੈ ਕਿ ਦੋਨਾਂ 'ਚੋਂ ਕੋਈ ਨਹੀਂ ਮੰਨਦਾ। ਫਿਰ ਉੱਥੇ ਮਤਲਬ ਸਾਨੂੰ ਐਗਜ਼ਾਮਪਲ ਦਿੱਤੀ ਇਹਨਾਂ ਨੇ, she blames
Tracy for stealing her husband. She blames Tracy for stealing her husband. Well, it takes two to tango. That means ਜੇ ਕੋਈ bad situation ਹੈ, ਕੋਈ ਬੰਦਾ ਦੂਸਰੇ ਨਾਲ external affair ਮਤਲਬ ਬਣਾ ਲੈਂਦਾ ਹੈ, ਆਪਣਾ ਜਿਹੜਾ ਇਲੀਗਲ ਜਿਹੜਾ ਹੁੰਦੀ ਹੈ ਚੀਜ਼ ਸਾਡੀ ਇੰਟੀਮੇਸੀ ਬਣਾ ਲੈਂਦਾ ਹੈ, ਜਾਂ ਫਿਰ ਕੋਈ ਐਸਾ ਰਿਲੇਸ਼ਨ ਬਣਾ ਲੈਂਦਾ ਹੈ ਕਿ ਜਿਹੜਾ ਨਹੀਂ ਸਹੀ ਹੈ, ਠੀਕ ਹੈ। ਇਲੀਗਲ ਰਿਲੇਸ਼ਨ ਬਣਾਉਣਾ ਵੀ ਗਲਤ ਚੀਜ਼ ਹੈ ਨਾ, ਤੇ ਇਸ ਚੀਜ਼ ਦੇ ਵਿੱਚ ਜੇਕਰ ਐਦਾਂ ਕੁਝ ਹੁੰਦਾ ਹੈ ਤਾਂ ਦੈਟ ਮੀਨਸ ਇਕੱਲੇ ਇੱਕ ਬੰਦੇ ਦੀ ਗਲਤੀ ਨਹੀਂ ਹੁੰਦੀ, ਦੂਸਰਾ ਬੰਦਾ ਜਿਸ ਬੰਦੇ ਦੇ ਨਾਲ ਉਹ ਚੀਜ਼ ਦੇ ਮਤਲਬ ਰਿਸ਼ਤੇ ਤਿਆਰ ਹੋਏ ਨੇ ਉਹ ਵੀ ਬੰਦਾ ਇਨਵੋਲਵ ਹੈ ਜਿਹੜਾ, ਉਹ ਵੀ ਗਲਤ ਹੈ। ਕੱਲੀ ਟ੍ਰੇਸੀ ਗਲਤ ਨਹੀਂ ਹੈ, ਉਹਦੇ ਹਸਬੈਂਡ ਦੀ ਵੀ ਗਲਤੀ ਹੋਏਗੀ। ਲਾਈਕ she blames Tracy for stealing her husband. Well, it takes two to tango. That means ਦੋਨੋਂ ਜਾਣੇ ਇਨਵੋਲਵ ਹੋਣਗੇ ਜੇਕਰ ਇਦਾਂ ਦੀ ਕੋਈ ਸਿਚੁਏਸ਼ਨ ਹੋਈ ਹੈ ਤਾਂ, ਠੀਕ ਹੈ ਜੀ। it takes two to tango, ਠੀਕ ਹੈ। ਇਸ ਸਿਚੁਏਸ਼ਨ ਦੇ ਵਿੱਚ ਆਪਾਂ ਇਹਨੂੰ ਐਵੇਂ ਕਹਿੰਦੇ ਐਕਸਟਰਾ ਮੈਰਿਟਲ ਅਫੇਅਰ। ਐਕਸਟਰਾ ਅਫੇਅਰ ਜਾਂ ਐਕਸਟਰਨਲ ਅਫੇਅਰ ਤਾਂ ਨਹੀਂ ਕਵਾਂਗੇ, ਪਰ ਐਕਸਟਰਾ ਮੈਰਿਟਲ ਅਫੇਅਰ ਕਵਾਂਗੇ ਇਹਨੂੰ। ਤੇ ਲਾਈਕ ਬੜੀ ਸੋਹਣੀ ਐਗਜ਼ਾਮਪਲ ਦਿੱਤੀ ਹੈ, ਮਤਲਬ ਕਦੇ ਵੀ ਏਦਾਂ ਨਹੀਂ ਹੈ ਕਿ ਇੱਕ ਜਣੇ ਨੂੰ ਬਲੇਮ ਕਰਿਆ ਜਾਵੇ ਤਾਂ ਦੂਸਰੇ ਨੂੰ ਵੀ ਨਾਲ ਪੂਰਾ ਬਲੇਮ ਕੀਤਾ ਜਾਵੇ। ਜਿਹੜਾ ਬੰਦਾ ਮਤਲਬ ਟ੍ਰੇਸੀ ਹੀ ਇਕੱਲੀ ਬਲੇਮ ਕਰਨ ਨੂੰ ਨਹੀਂ ਸੀ, ਤੇ ਉਹਦਾ ਹਸਬੈਂਡ ਵੀ ਸੀਗਾ, ਜਿਹੜਾ ਹਸਬੈਂਡ ਉਹਦੇ ਨਾਲ ਟ੍ਰੇਸੀ ਦੇ ਨਾਲ ਤੁਰ ਪਿਆ, ਠੀਕ ਹੈ ਜੀ। ਤਾਂ ਫਿਰ ਇਹ ਬੜੀ ਸੋਹਣੀ ਐਗਜ਼ਾਮਪਲ ਦਿੱਤੀ ਹੈ। ਤੇ ਉਸ ਤੋਂ ਬਾਅਦ ਅਗਲਾ ਹੈਗਾ ਸਾਡੇ ਕੋਲ ਜੰਪ ਔਨ ਦਾ ਬੈਂਡ ਵੈਗਨ। ਜੰਪ ਔਨ ਦਾ ਬੈਂਡ ਵੈਗਨ ਦਾ ਮਤਲਬ ਕੀ ਹੈ? ਲਾਈਕ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜੁਆਇਨ ਅ ਪਪੂਲਰ ਟ੍ਰੈਂਡ ਜਾਂ ਐਕਟੀਵਿਟੀ, ਜਦੋਂ ਕੋਈ ਚੀਜ਼ ਬਹੁਤ ਤਗੜੀ ਫੈਸ਼ਨ 'ਚ ਆਈ ਹੋਵੇ ਹੈ ਨਾ, ਤੇ ਉਹ ਬਹੁਤ ਜ਼ਿਆਦਾ ਪਪੂਲਰ ਹੋ ਜਾਵੇ, ਤਾਂ ਮਤਲਬ ਕਿਆ ਹੋਣਾ ਹੈ, ਉੱਥੇ ਆਪਾਂ ਬੈਂਡ ਵੈਗਨ ਕਹਿ ਦਿੰਦੇ ਉਸ ਚੀਜ਼ ਨੂੰ। ਯੂ ਜੰਪ ਔਨ ਦਾ ਬੈਂਡ ਵੈਗਨ ਵੈਨ all your friends begin eating at a new popular restaurant, ਠੀਕ ਹੈ। ਉਹ ਕਹਿੰਦੇ ਜਦੋਂ ਤੁਸੀਂ ਉਸ ਰੈਸਟੋਰੈਂਟ ਦੇ ਵਿੱਚ ਜਾ ਕੇ ਖਾਣਾ ਖਾਧਾ ਨਾ, that means you jump on the bandwagon। ਤੁਸੀਂ ਜਦੋਂ ਤੂੰ ਆਪਣੇ ਸਾਰੇ ਦੋਸਤਾਂ ਦੇ ਨਾਲ ਜਾ ਕੇ ਉੱਥੇ ਕਹਿੰਦਾ ਖਾਣਾ ਖਾਧਾ ਹੈ, ਉਹ ਉਹ ਜਿਹੜੀ ਕਿ ਟ੍ਰੈਂਡੀ ਸੀਗਾ, ਉਹ ਰੈਸਟੋਰੈਂਟ ਜਿਹੜਾ ਸੀਗਾ ਉਹ ਟ੍ਰੈਂਡੀ ਸੀ, ਇਸ ਕਰਕੇ ਉਸ ਰੈਸਟੋਰੈਂਟ 'ਚ ਜਾ ਕੇ ਜਦੋਂ ਤੁਸੀਂ ਖਾਣਾ ਖਾਧਾ that means you jump on to the bandwagon। ਤੁਸੀਂ ਜੁਆਇਨ ਕਰ ਲਿਆ ਉਹ ਪਪੂਲਰ ਟ੍ਰੈਂਡ, ਜਿਹੜੇ ਬਾਕੀ ਲੋਕ ਵੀ ਉੱਥੇ ਜਾਂਦੇ ਸੀ, ਤੁਸੀਂ ਵੀ ਉੱਥੇ ਜਾਣਾ ਸ਼ੁਰੂ ਹੋ ਗਏ। that means ਤੁਸੀਂ ਵੀ ਉਹਨਾਂ ਲੋਕਾਂ ਵਾਂਗੂ ਉਸ bandwagon ਤੇ jump ਕਰ ਚੁੱਕੇ ਹੋ। that means you have joined that popular trend, okay। anything in your cue card if it comes like this, okay, then there you can use it, okay। jump onto the bandwagon, like then there comes keep something at bay। keep something at bay ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਪਰੇ ਰੱਖਣਾ, ਆਪਣੇ ਤੋਂ ਪਰੇ ਰੱਖਣਾ, ਉਹਨੂੰ ਉੱਥੇ ਆਪਾਂ ਇਸ ਚੀਜ਼ ਨੂੰ ਯੂਜ਼ ਕਰ ਸਕਦੇ ਹਾਂ, keep something at bay, ਠੀਕ ਹੈ। she fought to keep her unhappiness at bay, ਮਤਲਬ ਕਿਨਾਰਾ ਕਰ ਦਿੱਤਾ ਉਸ ਚੀਜ਼ ਨੇ, ਆਪਣੀ ਅਨਹੈਪੀਨੈਸ ਤੋਂ ਉਹਨੇ ਕਿਨਾਰਾ ਕਰ ਦਿੱਤਾ, ਉਹਨੇ ਫੌਟ ਕੀਤੀ, ਪੂਰੀ ਫਾਈਟ ਕੀਤੀ। ਫੌਟ ਹੈਗਾ ਆਪਣਾ ਸੈਕਿੰਡ ਫਾਰਮ ਦੇ ਵਿੱਚ ਇਹ। she fought ਦਾ ਮਤਲਬ ਉਹਨੇ ਲੜਾਈ ਲੜੀ, ਠੀਕ ਹੈ। to keep her unhappiness at bay, ਆਪਣੀ ਜਿਹੜੀ ਨਾ ਖੁਸ਼ੀ ਹੈ ਜਾਂ ਕਿਸੇ ਚੀਜ਼ ਤੋਂ ਨਾ ਖੁਸ਼ ਸੀ, ਉਸ ਚੀਜ਼ ਨੂੰ ਪਰੇ ਰੱਖਣ ਲਈ ਉਹਨੇ ਕਾਫੀ ਫਾਈਟ ਕੀਤੀ। to keep something away, so what she did, like we try to do this at home lots of time, like whenever we feel that like that thing is actually teasing us, like suppose somebody's anger is too much, then that person has to keep the anger at bay when dealing with elders, when dealing with toddlers or somebody like who is very tender by age or who is very sensitive by age or manner or the way they are, got it। so ਜਦੋਂ ਕੋਈ ਬੰਦਾ ਐਵੇਂ ਕਰਕੇ behave ਕਰਦਾ ਹੈ ਤਾਂ then obviously we should keep the person also at the bay sometime, okay। keep something at bay ਦਾ ਮਤਲਬ ਉੱਥੇ ਇਹ ਵੀ ਕਹਿ ਸਕਦੇ ਹਾਂ like I am keeping him at bay because he used to be quite of awkward sense of humor, so that is why ਤੁਸੀਂ ਉਹਨੂੰ ਬੰਦੇ ਨੂੰ ਬੇ ਤੇ ਰੱਖਦੇ ਹੋ, that means ਕਿਨਾਰਾ ਰੱਖਦੇ ਹੋ, ਉਹਨੂੰ ਪਰੇ ਰੱਖਦੇ ਹੋ। at bay ਦਾ ਮਤਲਬ ਕਿਆ ਹੋ ਗਿਆ, ਤੁਸੀਂ ਪਰੇ ਰੱਖਦੇ ਹੋ ਉਸ ਬੰਦੇ ਨੂੰ, ਠੀਕ ਹੈ। ਹੁਣ ਅਗਲਾ ਆ ਗਿਆ, ਬੜਾ ਹੀ ਨਾਈਸ ਹੈ ਇਹ, ਕਿਹੜਾ ਹੈ ਜੀ? kill two birds with one stone। kill two birds with one stone ਦਾ ਮਤਲਬ ਕੀ ਹੋ ਗਿਆ? ਮਤਲਬ ਜਿੱਦਾਂ ਕਹਿ ਨਹੀਂ ਦਿੰਦੇ ਆਪਾਂ ਇੱਕ ਤੀਰ ਨਾਲ ਦੋ ਸ਼ਿਕਾਰ, ਐਵੇਂ ਦੋ ਪੰਛੀ ਮਾਰੇ ਗਏ ਇੱਕ ਪੱਥਰ ਦੇ ਨਾਲ, ਸੇਮ ਚੀਜ਼।
to kill two birds with one arrow ਜਾਂ one stone, ਇੱਕੋ ਹੀ ਗੱਲ ਹੈ ਜੀ। This idiom means to accomplish two different things at the same time। ਤੁਸੀਂ ਇਹ ਮਰਚੈਂਟ ਆਫ ਵੈਨਿਸ ਦੇ ਵਿੱਚ ਵੀ ਦੇਖ ਸਕਦੇ ਹੋ, ਲਾਈਕ ਜਦੋਂ ਮੇਰੇ ਹਿਸਾਬ ਨਾਲ ਬਜ਼ੈਨੀਓ ਕੁਝ ਮੰਗਦਾ ਆਪਣੇ ਫਰੈਂਡ ਤੋਂ, ਲਾਈਕ ਉਹ ਯਾਦ ਕਰਾਉਂਦਾ ਉਹਨੂੰ ਪਾਸਟ ਬਾਰੇ, ਉੱਥੇ ਉਹ ਬੋਲਦਾ ਹੈ। ਤੇ ਇਸ ਤੋਂ ਬਾਅਦ ਸਾਡੇ ਕੋਲ ਆ ਗਿਆ ਲਾਸਟ ਸਟ੍ਰॉ। ਲਾਸਟ ਸਟ੍ਰॉ ਸਾਡਾ ਕਿਆ ਹੋ ਗਿਆ, ਲਾਈਕ ਦਾ ਫਾਈਨਲ ਪ੍ਰੋਬਲਮ ਇਨ ਦਾ ਸੀਰੀਜ਼ ਆਫ ਦਾ ਪ੍ਰੋਬਲਮ। ਜਦੋਂ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਹੋਣ, ਉਹਨਾਂ ਦੇ ਵਿੱਚ ਇੱਕ ਲਾਸਟ ਵਾਲੀ ਅਖੀਰੀ ਪ੍ਰੋਬਲਮ ਨੂੰ ਆਪਾਂ ਕਹਿੰਦੇ ਆ ਕਿ ਇਹ ਸਾਡੀ ਫਾਈਨਲ ਪ੍ਰੋਬਲਮ ਹੈ। This is the last straw, I am calling the police, मतलब ਇਹ ਸਾਡੀ ਆਖਰੀ ਪ੍ਰੋਬਲਮ ਹੈ। ਜਿਹੜਾ ਲਾਸਟ ਵਾਲਾ ਹੈ, let us sleeping dogs lie, ਮਤਲਬ ਕਹਿਣ ਦਾ ਭਾਵ ਆਪਾਂ ਜਦੋਂ ਕਹਿ ਨਹੀਂ ਦਿੰਦੇ ਕਿ ਜਿਹੜੀ ਚੀਜ਼ ਗੜੇ ਮੁਰਦੇ ਨਾ ਖਾੜੋ, ਜਿਹੜੀ ਚੀਜ਼ ਪਹਿਲਾਂ ਪ੍ਰੋਬਲਮ ਕ੍ਰੀਏਟ ਕੀ ਕਰ ਚੁੱਕੀ ਹੈ ਉਸ ਚੀਜ਼ ਨੂੰ ਦੁਬਾਰਾ ਤੋਂ ਨਾ ਕਰੀਏ, ਤਾਂ ਆਪਾਂ ਉਸ ਚੀਜ਼ ਨੂੰ ਡਿਸਕਸ ਨਾ ਕਰੀਏ, ਤਾਂ ਉਹਨੂੰ ਉੱਥੇ ਆਪਾਂ ਯੂਜ਼ ਕਰਦੇ let the sleeping dogs lie, never talk about those issues which actually caused the problem in the past। ਜਦੋਂ ਸਾਨੂੰ ਕਾਫੀ ਪ੍ਰੋਬਲਮ ਕੀਤੀ ਹੈ ਕਿਸੇ ਚੀਜ਼ ਨੇ ਪਹਿਲਾਂ ਪੁਰਾਣੇ ਟਾਈਮ ਦੇ ਵਿੱਚ, ਉਹਦੇ ਵਿੱਚ ਆਪਾਂ ਇਹਨੂੰ ਯੂਜ਼ ਕਰਾਂਗੇ let sleeping dogs lie, I don't want to talk about it, let the sleeping dogs lie। Okay, there you can say that I don't want to talk about the problem or like whatever has caused the issue, so there you can use this one। ਲਾਸਟ ਸਟ੍ਰॉ ਤੁਸੀਂ ਫਾਈਨਲ ਪ੍ਰੋਬਲਮ ਲਈ ਯੂਜ਼ ਕਰੋਗੇ ਇਨ ਦ ਸੀਰੀਜ਼ ਆਫ ਦ ਪ੍ਰੋਬਲਮ, ਲਾਈਕ ਜਦੋਂ ਬਹੁਤ ਸਾਰੀਆਂ ਪ੍ਰੋਬਲਮ ਉਹਨਾਂ ਚੋਂ ਇੱਕ ਪ੍ਰੋਬਲਮ ਰਹਿ ਗਈ ਹੈ, then you can say that now it is the last straw, just keep quiet and be patient, now we are going to be at the end of the game। ਠੀਕ ਹੈ ਜੀ। ਤੇ ਉਸ ਤੋਂ ਬਾਅਦ kill two birds with one stone, ਤੁਹਾਨੂੰ ਪਤਾ ਹੀ ਹੈ ਕਿ ਇੱਕ ਤੀਰ ਨਾਲ ਦੋ ਸ਼ਿਕਾਰ, ਜਾਂ ਇੱਕ ਤੀਰ ਨਾਲ ਇੱਕ ਪੱਥਰ ਦੇ ਨਾਲ ਦੋ ਪੰਛੀਆਂ ਨੂੰ ਮਾਰਨਾ ਇੱਕੋ ਚੀਜ਼ ਹੈ। to do two different things, we cannot row two boats at the same time। ਠੀਕ ਹੈ, ਉਹ ਵੀ ਬੜੀ ਨਾਈਸ ਚੀਜ਼ ਹੈ ਕਿ ਆਪਾਂ ਦੋ ਚੀਜ਼ਾਂ ਨਹੀਂ ਇੱਕ ਟਾਈਮ ਤੇ ਕਰ ਸਕਦੇ, ਉਹ ਵੀ ਚੀਜ਼ ਹੈਗੀ ਹੈ, ਉਹ ਆਪਾਂ ਫਿਰ ਕਿਸੇ ਦਿਨ ਕਰਾਂਗੇ ਉਸ ਚੀਜ਼ ਬਾਰੇ। ਬਾਕੀ ਸਾਰੇ ਤੁਸੀਂ ਸਮਝ ਗਏ ਹੋਵੋਗੇ। and try to use maximum of them like in your speech whenever you talk to your friends and your family members। okay, so thanks for watching English Lovers by Honeydee। ਤੇ ਮੇਰੀਆਂ ਵੀਡੀਓਜ਼ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਇਹਨਾਂ ਤੇ ਜਿੰਨਾ ਸ਼ੇਅਰ ਹੋ ਸਕਦਾ ਇਹਨੂੰ ਗਾਹਾਂ ਤੇ ਗਾਹਾਂ ਸ਼ੇਅਰ ਕਰਦੇ ਰਹੋ। ਥੈਂਕ ਯੂ ਵੈਰੀ ਮਚ, ਬਾਏ ਬਾਏ, ਟੇਕ ਕੇਅਰ।